ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਨਜ਼ਰ ਮਾਰਦਿਆਂ ਇਹਨਾਂ तमाम ਖਬਰਾਂ ਉੱਪਰ। ਅਮਰੀਕਾ ਵਿੱਚ ਜਲਦ ਹੀ 5 ਸਾਲ ਤੋਂ 11 ਸਾਲ ਵਾਲਿਆਂ ਨੂੰ ਵੀ ਬੂਸਟਰ ਡੋਜ਼ ਲਗਾਈ ਜਾ ਸਕਦੀ ਹੈ ਕਿਉਂਕਿ ਹੁਣ ਇਸ ਸੰਬੰਧੀ ਮਨਜ਼ੂਰੀ ਮੰਗੀ ਜਾ ਰਹੀ ਹੈ। ਫਾਈਜ਼ਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਨੇ ਅਰਜ਼ੀ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ 5 ਸਾਲ ਤੋਂ 11 ਸਾਲ ਵਾਲੇ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਈ ਲੋਕਾਂ ਨੂੰ ਚੌਥਾ ਟੀਕਾ ਲਗਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅਮਰੀਕਾ ਵਿੱਚ 5 ਸਾਲ ਤੋਂ 11 ਸਾਲ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਕਿਉਂਕਿ ਫਾਈਜ਼ਰ ਵੱਲੋਂ ਅਮਰੀਕਾ ਕੋਲੋਂ ਇਸ ਸੰਬੰਧ ਵਿੱਚ ਜਲਦ ਮਨਜ਼ੂਰੀ ਮੰਗੀ ਜਾਵੇਗੀ। ਫਾਈਜ਼ਰ ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਯੂਐਸ ਹੈਲਥ ਰੈਗੂਲੇਟਰਸ ਨੂੰ ਆਪਣੀ ਅਰਜ਼ੀ ਦੇ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ 5 ਤੋਂ 11 ਸਾਲ ਵਾਲਿਆਂ ਨੂੰ ਵੀ ਬੂਸਟਰ ਡੋਜ਼ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦਈਏ ਕਿ ਕੰਪਨੀ ਵੱਲੋਂ ਪਿਛਲੇ ਮਹੀਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਉਹਨਾਂ ਵੱਲੋਂ ਛੋਟੇ ਬੱਚਿਆਂ ਵਾਸਤੇ ਵੀ ਬੂਸਟਰ ਡੋਜ਼ ਸੰਬੰਧੀ ਜਿਹੜਾ ਟ੍ਰਾਇਲ ਕੀਤਾ ਗਿਆ ਉਸ ਵਿੱਚ ਇਹ ਡੋਜ਼ ਬੱਚਿਆਂ ਦੇ ਉੱਪਰ ਚੰਗੀ ਸਾਬਿਤ ਹੋਈ ਤੇ ਇਸ ਦਾ ਕੋਈ ਵੀ ਗਲਤ ਪ੍ਰਭਾਵ ਨਜ਼ਰ ਨਹੀਂ ਆਇਆ। ਫਿਲਹਾਲ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਉਮਰ ਵਰਗ ਵਾਸਤੇ ਤੀਜੀ ਵੈਕਸੀਨ ਡੋਜ਼ ਦੀ ਕਿੰਨੀ ਜ਼ਿਆਦਾ ਡਿਮਾਂਡ ਹੈ। ਇਸ ਬਾਰੇ ਯੂਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਜਿਹੜਾ ਅੰਕੜਾ ਸਾਂਝਾ ਕੀਤਾ ਗਿਆ ਉਸ ਵਿੱਚ ਦੱਸਿਆ ਗਿਆ ਕਿ 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 28% ਬੱਚੇ ਹੀ ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। ਮੌਜੂਦਾ ਸਮੇਂ ਜਿਹੜੇ ਵੱਧ ਉਮਰ ਦੇ ਲੋਕ ਨੇ ਉਹਨਾਂ ਨੂੰ ਤੀਜਾ ਟੀਕਾ ਲਗਾਇਆ ਜਾ ਰਿਹਾ ਹੈ ਕਿਉਂਕਿ ਓਮਿਕਰੌਨ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਹੈ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤੀਜਾ ਟੀਕਾ ਇਸ ਵੇਰੀਐਂਟ ਖਿਲਾਫ ਅਸਰਦਾਰ ਹੈ। ਅਮਰੀਕਾ ਵਿੱਚ ਤਾਂ ਚੌਥਾ ਟੀਕਾ ਲਗਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ। ਜੇਕਰ ਅਮਰੀਕਾ ਵੱਲੋਂ 5 ਸਾਲ ਤੋਂ 11 ਸਾਲ ਵਾਲਿਆਂ ਨੂੰ ਤੀਜੇ ਟੀਕੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਤਾਂ ਜਲਦ ਇਸ ਉਮਰ ਵਰਗ ਨੂੰ ਵੀ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਪਾਰਕਿੰਗ ਸਪੇਸ ਨੂੰ ਲੈ ਕੇ ਦੋ ਗਵਾਂਢੀਆਂ ਵਿੱਚ ਝਗੜਾ ਹੋਇਆ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਨੂੰ ਗੋਲੀ ਮਾਰ ਦਿੱਤੀ ਗਈ। ਜਿਹੜਾ ਪੀੜਤ ਹੈ ਉਸਦੀ ਪਤਨੀ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਪੂਰਾ ਝਗੜਾ ਕਿਵੇਂ ਵਾਪਰਿਆ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਾਰਕਿੰਗ ਸਪੇਸ ਦੇ ਕਾਰਨ ਇੱਕ ਵਿਅਕਤੀ ਵੱਲੋਂ ਆਪਣੇ ਗੁਆਂਢੀ ਨੂੰ ਗੋਲੀ ਮਾਰ ਦਿੱਤੀ ਗਈ। ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਾਡੀ ਬਿਲਡਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਉਸਦੇ ਗੋਲੀ ਲੱਗੀ। ਕਾਰਨ ਸੀ ਕਿ ਪਾਰਕਿੰਗ ਸਪੇਸ ਨੂੰ ਲੈ ਕੇ ਉਸਦਾ ਗੁਆਂਢੀ ਨਾਲ ਝਗੜਾ ਹੋ ਗਿਆ ਤੇ ਫਿਰ ਉਸ ਉੱਪਰ ਗੋਲੀ ਚਲਾ ਦਿੱਤੀ ਗਈ। ਇਸ ਦੀ ਪਹਿਚਾਣ 32 ਸਾਲਾ ਸ਼ੇਨ ਦੇ ਤੌਰ ਉੱਪਰ ਦੱਸੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਉੱਪਰ 19 ਅਪ੍ਰੈਲ ਨੂੰ ਗੋਲੀ ਚਲਾਈ ਗਈ। ਜਿਸ ਗਵਾਂਢੀ ਵੱਲੋਂ ਇਸ ਉੱਪਰ ਗੋਲੀ ਚਲਾਈ ਗਈ ਉਸ ਦਾ ਨਾਮ ਨਿੱਕੀ ਬ੍ਰਾਊਨ ਦੱਸਿਆ ਗਿਆ। ਪੁਲਿਸ ਵੱਲੋਂ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਝਗੜਾ ਪਾਰਕਿੰਗ ਸਪੇਸ ਨੂੰ ਲੈ ਕੇ ਹੋਇਆ। ਸ਼ੇਨ ਦੀ ਪਤਨੀ ਵੱਲੋਂ ਵੀ ਇਸ ਬਾਰੇ ਵਿਚਾਰ ਦੱਸੇ ਗਏ ਕਿਉਂਕਿ ਉਹ ਮੌਕੇ ਵਾਲੀ ਥਾਂ ਤੇ ਮੌਜੂਦ ਸੀ। ਉਸਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਵੇਟ ਕਰ ਰਹੀ ਸੀ। ਉਸਦੇ ਦੱਸਣ ਮੁਤਾਬਕ ਪਤੀ ਵੱਲੋਂ ਗਵਾਂਢੀ ਦੀ ਸਪੇਸ ਵਿੱਚ ਵਾਹਨ ਪਾਰਕ ਕੀਤਾ ਗਿਆ। ਮੌਕੇ ਦੀ ਜਿਹੜੀ ਇੱਕ ਫੁਟੇਜ ਸਾਹਮਣੇ ਆਈ ਹੈ ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬ੍ਰਾਊਨ ਵੱਲੋਂ ਆਪਣੇ ਗਵਾਂਢੀ ਤੇ ਬੰਦੂਕ ਤਾਣੀ ਗਈ ਤੇ ਉਸ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਤੋਂ ਬਾਅਦ ਗਵਾਂਢੀ ਜ਼ਮੀਨ ਤੇ ਡਿੱਗ ਗਿਆ ਤੇ ਉਸ ਵੱਲੋਂ ਉੱਚੀ ਇਹ ਗੱਲ ਕਹੀ ਜਾ ਰਹੀ ਸੀ ਕਿ ਰੁਕ ਜਾਓ। ਗੋਲੀ ਚਲਾਉਣ ਤੋਂ ਬਾਅਦ ਬ੍ਰਾਊਨ ਆਪਣੇ ਘਰ ਵਾਪਸ ਚਲਾ ਗਿਆ ਤੇ ਉਸਨੇ ਕਹਿ ਦਿੱਤਾ ਕਿ ਇਹ ਮੇਰੀ ਥਾਂ ਹੈ। ਦੱਸ ਦਈਏ ਕਿ ਸ਼ੇਨ ਵਾਸਤੇ GoFundMe ਚਲਾਇਆ ਜਾ ਰਿਹਾ ਹੈ ਤਾਂ ਕਿ ਉਸ ਦਾ ਵਧੀਆ ਤਰੀਕੇ ਨਾਲ ਇਲਾਜ ਹੋ ਸਕੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਕੋਰੋਨਾ ਪੈਂਡੈਮਿਕ ਬਾਰੇ ਡਾਕਟਰ ਫਾਊਚੀ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਨੇ ਕਿ ਅਮਰੀਕਾ ਹੁਣ ਪੈਂਡੈਮਿਕ ਤੋਂ ਬਾਹਰ ਆ ਚੁੱਕਿਆ ਹੈ। ਜੀ ਹਾਂ, ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੱਡੀ ਗਿਣਤੀ ਵਿੱਚ ਕੇਸਿਸ ਰਿਕਾਰਡ ਕੀਤੇ ਜਾ ਰਹੇ ਸਨ, ਅਮਰੀਕਾ ਵਿੱਚ ਰੋਜ਼ਾਨਾ ਇਸ ਤਰ੍ਹਾਂ ਮਾਮਲੇ ਸਾਹਮਣੇ ਨਹੀਂ ਆ ਰਹੇ। ਹਸਪਤਾਲ ਵਿੱਚ ਵੀ ਬੋਝ ਘਟ ਰਿਹਾ ਹੈ ਤੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਅਮਰੀਕਾ ਪੈਂਡੈਮਿਕ ਤੋਂ ਬਾਹਰ ਆ ਚੁੱਕਿਆ ਹੈ। ਅਮਰੀਕਾ ਪੈਂਡੈਮਿਕ ਤੋਂ ਬਾਹਰ ਆ ਚੁੱਕਿਆ ਹੈ, ਇਹ ਕਹਿਣਾ ਹੈ ਡਾਕਟਰ ਫਾਊਚੀ ਦਾ। ਜੀ ਹਾਂ, ਡਾਕਟਰ ਐਂਥਨੀ ਫਾਊਚੀ ਵੱਲੋਂ ਬਿਆਨ ਦਿੰਦਿਆਂ ਕਿਹਾ ਗਿਆ ਕਿ ਹੁਣ ਅਮਰੀਕਾ ਪੈਂਡੈਮਿਕ ਤੋਂ ਬਾਹਰ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਬਹੁਤ ਜ਼ਿਆਦਾ ਕੋਰੋਨਾ ਦੇ ਮਾਮਲੇ ਇੱਕ ਦਿਨ ਵਿੱਚ ਸਾਹਮਣੇ ਨਹੀਂ ਆ ਰਹੇ। ਹਸਪਤਾਲਾਂ ਉੱਪਰ ਪਿਆ ਬੋਝ ਵੀ ਘੱਟ ਹੋ ਚੁੱਕਿਆ ਹੈ ਤੇ ਇਹ ਸਭ ਦੱਸਦਾ ਹੈ ਕਿ ਪੈਂਡੈਮਿਕ ਤੋਂ ਬਾਹਰ ਅਮਰੀਕਾ ਆ ਚੁੱਕਿਆ ਹੈ। ਦੱਸੀਏ ਕਿ ਓਮਿਕਰੌਨ ਸਬ ਵੇਰੀਐਂਟ ਦਾ ਅਸਰ ਅਮਰੀਕਾ ਵਿੱਚ ਨਜ਼ਰ ਆਇਆ ਜਿੱਥੇ ਰੋਜ਼ਾਨਾ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ। ਪਿਛਲੇ ਗਰਮੀਆਂ ਦੇ ਮੁਕਾਬਲੇ ਜੇਕਰ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵੀ ਬਹੁਤ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਨੇ।
ਪਿਛਲੀਆਂ ਗਰਮੀਆਂ ਦੇ ਮੁਕਾਬਲੇ ਇਸ ਵਾਰ 2 ਗੁਣਾ ਜ਼ਿਆਦਾ ਕੇਸਿਸ ਰਿਕਾਰਡ ਹੋ ਰਹੇ ਨੇ। ਪਰ ਫਿਰ ਵੀ ਡਾਕਟਰ ਫਾਊਚੀ ਕਹਿੰਦੇ ਨੇ ਕਿ ਅਮਰੀਕਾ ਪੈਂਡੈਮਿਕ ਤੋਂ ਬਾਹਰ ਆ ਚੁੱਕਿਆ ਹੈ। ਇਸ ਬਾਰੇ ਉਹਨਾਂ ਨੇ ਆਪਣੇ ਹੋਰ ਕੀ ਵਿਚਾਰ ਸਾਂਝੇ ਕੀਤੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। And that was an interesting thing because the president himself did not take me aside and say, what the hell are you saying? But his staff declared war on me. And war on me was they did sort of opposition research on me and sent out information that I didn't know what I was talking about. So my position in the White House became extremely uncomfortable and, in fact, untenable because I kept on telling the truth. I'm sorry, I can't agree when you say hydroxychloroquine works. I can't agree when you say something else works. I can't agree when you say it's going to go away tomorrow and disappear. 3 ਸਾਲ ਦੀ ਬੱਚੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬੱਚੀ ਦੇ ਭਰਾ ਦੇ ਉੱਪਰ ਸ਼ੱਕ ਹੈ। ਫਿਲਹਾਲ ਇਸ ਮਾਮਲੇ ਦੇ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਪੜਤਾਲ ਕਰਨ ਤੋਂ ਬਾਅਦ ਹੀ ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਜਾਵੇਗੀ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 3 ਸਾਲ ਦੀ ਬੱਚੀ ਉੱਪਰ ਇੱਕ ਘਰ ਵਿੱਚ ਗੋਲੀਆਂ ਮਾਰੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਫ੍ਰੈਂਚ ਕੁਆਰਟਰ ਦੇ ਘਰ ਅੰਦਰ 3 ਸਾਲਾ ਬੱਚੀ ਤੇ ਹਮਲਾ ਕੀਤਾ ਗਿਆ। ਇਨਵੈਸਟੀਗੇਟਰਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਵੱਲੋਂ ਇਸ ਲੜਕੀ ਦੇ ਭਰਾ ਉੱਪਰ ਸਵਾਲ ਚੁੱਕੇ ਜਾ ਰਹੇ ਨੇ। ਫਿਲਹਾਲ ਡਿਟੈਕਟਿਵਸ ਨੂੰ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਗੋਲੀਆਂ ਚਲਾਉਣ ਦਾ ਮਾਮਲਾ ਐਕਸੀਡੈਂਟਲ ਸੀ ਜਾਂ ਫਿਰ ਜਾਣ-ਬੁੱਝ ਕੇ ਗੋਲੀਆਂ ਚਲਾਈਆਂ ਗਈਆਂ। ਇਹ ਪਤਾ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਿਸ ਥਾਂ ਤੋਂ ਇਹ ਵਾਰਦਾਤ ਸਾਹਮਣੇ ਆਈ ਉਸ ਘਰ ਵਿੱਚ ਬੱਚੀ ਅਤੇ ਉਸ ਦਾ ਇੱਕ ਭਰਾ ਰਹਿੰਦਾ ਸੀ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਇਹਨਾਂ ਦਾ ਪਰਮਾਨੈਂਟ ਘਰ ਹੈ ਜਾਂ ਫਿਰ ਇਹ ਕੁਝ ਸਮੇਂ ਵਾਸਤੇ ਇੱਥੇ ਰਹਿ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਨੂੰ ਇੱਕ ਬੰਦੂਕ ਵੀ ਬਰਾਮਦ ਹੋਈ ਹੈ। ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਗੋਲੀਬਾਰੀ ਦਾ ਮਾਮਲਾ 4 ਵਜੇ ਦੇ ਕਰੀਬ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਅਜੇ ਇਸ ਬਾਰੇ ਬਹੁਤੀ ਡਿਟੇਲ ਸਾਂਝੀ ਨਹੀਂ ਕੀਤੀ। ਇੱਕ ਵਿਅਕਤੀ ਨੂੰ 22 ਸਾਲ ਤੋਂ ਵੱਧ ਜੇਲ੍ਹ ਵਿੱਚ ਰਹਿਣਾ ਪਏਗਾ ਕਿਉਂਕਿ ਇਸ ਉੱਪਰ ਦੋਸ਼ ਹੈ ਅਗਵਾ ਅਤੇ ਪੋਸਟਲ ਚੋਰੀ ਕਰਨ ਦੇ। ਪੁਲਿਸ ਵੱਲੋਂ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿੰਨੀ ਸਜ਼ਾ ਜਿਹੜੀ ਹੈ ਇਸ ਵਿਅਕਤੀ ਨੂੰ ਸੁਣਾਈ ਗਈ। ਫਿਲਾਡੈਲਫੀਆ ਦੇ ਇੱਕ ਵਿਅਕਤੀ ਨੂੰ ਕਿਡਨੈਪਿੰਗ, ਪੋਸਟਲ ਵਰਕਰ ਦੇ ਪੈਕੇजेस ਚੋਰੀ ਕਰਨ ਦੇ ਮਾਮਲੇ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ। ਇਸ ਉੱਪਰ 2 ਕਾਊਂਟ ਰੋਬਰੀ ਆਫ ਅ ਪੋਸਟਲ ਵਰਕਰ ਅਤੇ 1 ਕਾਊਂਟ ਆਫ ਕਿਡਨੈਪਿੰਗ ਲਗਾਇਆ ਗਿਆ। ਦੱਸ ਦਈਏ ਕਿ ਇਸ ਵਿਅਕਤੀ ਜਿਸ ਦਾ ਨਾਮ ਜੇਮਸ ਦੱਸਿਆ ਗਿਆ ਇਸ ਨੂੰ ਸਤੰਬਰ 2021 ਦੌਰਾਨ ਗਿਲਟੀ ਪਾਇਆ ਗਿਆ ਕਿਉਂਕਿ ਇਸ ਨੇ ਕਈ ਚੀਜ਼ਾਂ ਚੋਰੀ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਵੱਲੋਂ ਵਰਕਰਸ ਕੋਲੋਂ ਉਹਨਾਂ ਦੇ ਪਾਰਸਲ ਚੋਰੀ ਕੀਤੇ ਜਾਂਦੇ ਸਨ। ਹੁਣ ਪੁਲਿਸ ਵੱਲੋਂ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ 21 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਨੂੰ 21 ਸਾਲ ਤੇ 10 ਮਹੀਨੇ ਜੇਲ੍ਹ ਵਿੱਚ ਰਹਿਣਾ ਹੋਵੇਗਾ। ਇਹ ਵੀ ਦੱਸਿਆ ਗਿਆ ਕਿ ਇਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪੋਸਟਲ ਟਰੱਕ ਨੂੰ ਹਾਈਜੈਕ ਕੀਤਾ ਗਿਆ। ਬਾਅਦ ਵਿੱਚ ਡਰਾਈਵਰ ਨੂੰ ਫੋਰਸ ਕੀਤਾ ਕਿ ਉਸ ਨੂੰ ਕੁਝ ਦੂਰੀ ਤੇ ਛੱਡ ਕੇ ਆਵੇ। ਫਿਰ ਉਸਨੇ ਟਰੱਕ ਤੋਂ ਛਾਲ ਮਾਰ ਦਿੱਤੀ ਅਤੇ ਇੱਥੋਂ ਫਰਾਰ ਹੋ ਗਿਆ। ਇਸ ਵੱਲੋਂ ਪੋਸਟਲ ਵਰਕਰਸ ਨੂੰ ਗਨ ਪੁਆਇੰਟ ਦੇ ਉੱਪਰ ਧਮਕਾਇਆ ਵੀ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਉੱਪਰ ਕਾਰਵਾਈ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਹੁਣ ਤੱਕ ਦੀ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋ ਇਹ ਸਨ ਅਮਰੀਕਾ ਦੀਆਂ ਕੁਝ ਖਾਸ ਖਬਰਾਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।